ਬਾਂਝ ਇੱਕ ਦਿਲ ਛੂ ਜਾਣ ਵਾਲੀ ਕਹਾਣੀ। 14 ਸਾਲ ਦੀ ਉਮਰ ਵਿੱਚ ਜਦੋਂ ਖੇਡਣ ਕੁੱਦਣ ਦੀ ਉਮਰ ਹੁੰਦੀ ਆ, ਉਦੋਂ ਹੀ ਰਿਸ਼ਤਾ ਹੋ ਗਿਆ। ਉਸ ਜ਼ਮਾਨੇ 'ਚ ਸਾਰੀ ਕੁੜੀਆਂ 12-13 ਸਾਲ ਦੀ ਉਮਰ ਵਿੱਚ ਹੀ ਵਿਆਹ ਦਿੱਤੀਆਂ ਜਾਂਦੀਆਂ ਸਨ। ਵਿਆਹ ਦਾ ਮਤਲਬ ਵੀ ਨਹੀਂ ਪਤਾ ਹੁੰਦਾ ਸੀ। ਬਸ ਇਹ ਸੋਚ ਕੇ ਖੁਸ਼ ਹੋ ਜਾਂਦੇ ਸੀ ਕਿ ਨਵੇਂ-ਨਵੇਂ ਕੱਪੜੇ ਮਿਲਣਗੇ। ਮਾਂ ਤਾਂ ਹੈ ਨਹੀਂ ਸੀ ਤੇ ਪਿਓ ਨੇ ਬਸ ਜੋ ਘਰ ਦਾ ਥੋੜ੍ਹਾ ਬਹੁਤ ਕੰਮ ਸਿਖਾਇਆ ਸੀ, ਉਹੀ ਥੋੜ੍ਹਾ ਬਹੁਤ ਆਉਂਦਾ ਸੀ। ਵਿਆਹ ਦਾ ਦਿਨ ਆ ਗਿਆ। ਬਸ ਸਾਰੀ ਰਸਮਾਂ ਰਿਵਾਜ਼ਾਂ ਤੋਂ ਬਾਅਦ ਵਿਦਾਈ ਦਾ ਟਾਈਮ ਵੀ ਆ ਗਿਆ। ਰੋਂਦੇ ਰੋਂਦੇ ਡੋਲੀ ਵਿੱਚ ਬਹਿ ਕੇ ਸਹੁਰੇ ਘਰ ਆ ਗਈ। ਇੰਨੀ ਸੋਹਣੀ ਹਵੇਲੀ ਦੇਖ ਕੇ ਮਨ ਵਿੱਚ ਬਹੁਤ ਖੁਸ਼ੀ ਹੋਈ। ਉਦੋਂ ਹੀ ਸੱਸ ਦੀ ਆਵਾਜ਼ ਆਈ, ਜਲਦੀ ਕਲਸ਼ ਲਿਆਓ, ਬਹੂ ਆ ਗਈ ਹੈ। ਅਤੇ ਮੈਂ ਘੂੰਘਟ ਦੀ ਓਹਲੇ 'ਚ ਆਪਣੀ ਸੱਸ ਨੂੰ ਦੇਖਿਆ। ਅੱਖਾਂ ਨਾਲ ਇੱਕਦਮ ਸਖਤ ਮਿਜਾਜ ਦੀ ਲੱਗ ਰਹੀ ਸੀ ਮੈਨੂੰ। ਸੱਚੀ ਦੱਸਾਂ, ਡਰ ਗਈ ਸੀ ਉਹਨਾਂ ਨੂੰ ਵੇਖ ਕੇ। ਸਾਰੀਆਂ ਰਸਮਾਂ ਪੂਰੇ ਹੁੰਦੇ ਰਾਤ ਪੈ ਗਈ ਸੀ। ਬਿਸਤਰ 'ਤੇ ਪੈਂਦੇ ਹੀ ਨੀਂਦ ਆ ਗਈ। ਸਵੇਰੇ ਸਵੇਰੇ ਨੌਕਰਾਨੀ ਨੇ ਆ ਕੇ ਜਗਾਇਆ ਕਿ ਚਲੋ ਰਸੋਈ ਬਣਾਉਣ ਦੀ ਰਸਮ ਹੈ। ਤਿਆਰ ਹੋ ਕੇ ਰਸੋਈ 'ਚ ਗਈ ਤੇ ਖੀਰ ਬਣਾਈ। ਸਾਰਿਆਂ ਨੇ ਤਾਰੀਫ ਵੀ ਕੀਤੀ, ਪਰ ਸੱਸ ਨੇ ਖੋਟ ਕੱਢਤਾ ਤੇ ਨਾਲ ਹੀ ਹਦਾਇਤ ਵੀ ਦਿੱਤੀ ਕਿ ਹੁਣ ਬਚਪਨਾ ਛੱਡ ਕੇ ਕੋਈ ਕੰਮ ਕਾਜ ਚੱਜ ਨਾਲ ਸਿੱਖ ਲੈ। 10 ਦਿਨ ਬਾਅਦ ਮੇਰੇ ਪਤੀ ਨੇ ਵੀ ਹੋਸਟਲ ਜਾਣਾ ਸੀ, ਕਿਉਂਕਿ ਉਹ BA ਕਰ ਰਹੇ ਸਨ। ਖੈਰ, ਰਮਨ ਹੋਸਟਲ ਚਲੇ ਗਏ ਤੇ ਮੈਂ ਇਕੱਲੀ ਰਹਿ ਗਈ ਆਪਣੇ ਸੱਸ ਸਹੁਰੇ ਨਾਲ। ਵਿਚਾਲੇ ਰਮਨ ਚਿੱਠੀ ਵੀ ਲਿਖਦਾ ਸੀ, ਪਰ ਪਹਿਲਾਂ ਮੇਰੀ ਸੱਸ ਪੜ੍ਹਦੀ ਸੀ, ਬਾਅਦ 'ਚ ਮੇਰੇ ਕੋਲ ਆਉਂਦੀ। ਉਮਰ ਘੱਟ ਹੋਣ ਨਾਲ ਇੰਨਾ ਫਰਕ ਨਹੀਂ ਪੈਂਦਾ ਸੀ। ਮੇਰੇ ਇਕੱਲੇਪਨ ਦਾ ਸਾਥੀ ਸੀ ਅੰਬ ਦਾ ਪੇੜ। ਹਾਂ, ਉਹੀ ਅੰਬ ਦਾ ਪੇੜ ਜੋ ਹਵੇਲੀ ਦੇ ਪਿੱਛੇ ਵਿਹੜੇ 'ਚ ਲੱਗਿਆ ਸੀ। ਉਸ ਅੰਬ ਦੇ ਪੇੜ ਥੱਲੇ ਇੱਕ ਕੱਚਾ ਕਮਰਾ ਵੀ ਬਣਿਆ ਹੋਇਆ ਸੀ, ਪਰ ਉਹ ਪੇੜ ਫਲ ਨਹੀਂ ਦਿੰਦਾ ਸੀ, ਇਸ ਲਈ ਸਾਰੇ ਘਰ ਵਾਲੇ ਉਸ ਨੂੰ ਬਾਂਝ ਕਹਿੰਦੇ ਸਨ। ਪਰ ਪਤਾ ਨਹੀਂ ਕਿਉਂ ਮੈਨੂੰ ਉਸ ਰੁੱਖ ਨਾਲ ਬਹੁਤ ਪਿਆਰ ਸੀ। ਜਦੋਂ ਵੀ ਕੰਮ ਤੋਂ ਫ੍ਰੀ ਹੋ ਕੇ ਕੁਝ ਵਿਹਲ ਮਿਲਦੀ ਤਾਂ ਉਹੀ ਰੁੱਖ ਮੇਰਾ ਸਾਥੀ ਹੁੰਦਾ ਸੀ। ਉਸ ਨੂੰ ਦੇਖਦੇ ਹੀ ਮੈਂ ਆਪਣੀ ਸਾਰੀ ਥਕਾਵਟ ਭੁੱਲ ਜਾਂਦੀ। 2 ਸਾਲ ਬੀਤ ਗਏ ਤੇ ਮੈਂ 16 ਦੀ ਹੋ ਗਈ। ਰਮਨ ਦੀ ਵੀ BA ਦੀ ਪੜ੍ਹਾਈ ਪੂਰੀ ਹੋ ਗਈ ਸੀ। ਅੱਜ ਅਮਨ ਵਾਪਸ ਆ ਰਹੇ ਸਨ। ਮੇਰੀ ਸੱਸ ਸਵੇਰ ਤੋਂ ਹੀ ਤਿਆਰੀ 'ਚ ਲੱਗੀ ਹੋਈ ਸੀ। ਖੁਦ ਹੀ ਰਸੋਈ 'ਚ ਜਾ ਕੇ ਸਾਰਾ ਜਾਇਜ਼ਾ ਲੈ ਰਹੀ ਸੀ। ਮੇਰੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਕਿ ਹੁਣ ਮੈਂ ਇਕੱਲਾ ਨਹੀਂ ਰਹਿਣਾ ਪਏਗਾ। 16 ਸ਼ਿੰਗਾਰ ਕਰਕੇ ਇੱਕ ਪੂਰੀ ਔਰਤ ਵਾਂਗ ਮਹਿਸੂਸ ਕਰ ਰਹੀ ਸੀ। ਅੱਜ ਮਾਂਗ ਦਾ ਸੰਦੂਰ ਨੇ ਵੀ ਕੁਝ ਵੱਖਰੀ ਹੀ ਲਾਲੀ ਲੈ ਰੱਖੀ ਸੀ ਤੇ ਸ਼ਾਇਦ ਉਹ ਲਾਲੀ ਮੇਰੇ ਚਿਹਰੇ 'ਤੇ ਵੀ ਦਿਖਾਈ ਦੇ ਰਹੀ ਸੀ। ਉਦੋਂ ਹੀ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਜਾ ਆਪਣੀ ਨਜ਼ਰ ਲਵਾ ਲੈ, ਰਮਨ ਆ ਗਏ ਨੇ। ਹਵੇਲੀ ਦੀ ਹਲਚਲ ਨਾਲ ਹੀ ਪਤਾ ਲੱਗ ਰਿਹਾ ਸੀ ਮੈਨੂੰ। ਖਾਣ ਪੀਣ ਤੋਂ ਬਾਅਦ ਵਿਹਲੇ ਹੋ ਕੇ ਸਾਰੇ ਆਰਾਮ ਕਰਨ ਚਲੇ ਗਏ। ਰਮਨ ਵੀ ਕਮਰੇ ਵਿੱਚ ਆ ਗਿਆ ਸੀ ਤੇ ਮੈਂ ਵੀ ਸ਼ਰਮ ਨਾਲ ਲਾਲ ਹੋ ਰਹੀ ਸੀ। ਉਦੋਂ ਹੀ ਰਮਨ ਨੇ ਮੈਨੂੰ ਇੱਕ ਤੋਹਫਾ ਦਿੱਤਾ, ਇੱਕ ਸੁੰਦਰ ਲਾਲ ਸਾੜੀ। ਪਰ ਮੇਰੇ ਲਈ ਤਾਂ ਰਮਨ ਦਾ ਵਾਪਸ ਆ ਜਾਣਾ ਹੀ ਸਭ ਤੋਂ ਵੱਡਾ ਤੋਹਫਾ ਸੀ। ਅਸੀਂ ਢੇਰ ਸਾਰੀਆਂ ਗੱਲਾਂ ਕੀਤੀਆਂ। ਇਹਨਾਂ 'ਚ ਕੁਝ ਸ਼ਿਕਾਇਤਾਂ ਵੀ, ਕੁਝ ਪਿਆਰ ਵੀ ਸੀ। ਸਮਾਂ ਬੀਤਦਾ ਗਿਆ। 2 ਸਾਲ ਕਿਵੇਂ ਬੀਤ ਗਏ ਕੁਝ ਵੀ ਪਤਾ ਹੀ ਨਹੀਂ ਲੱਗਿਆ। ਰਮਨ ਤੇ ਮੈਂ ਇੱਕ ਦੂਜੇ ਨਾਲ ਬਹੁਤ ਖੁਸ਼ ਸੀ। ਇੱਕ ਦਿਨ ਅਚਾਨਕ ਪਤਾ ਲੱਗਿਆ ਕਿ ਮੇਰੇ ਬਾਪੂ ਜੀ ਬਹੁਤ ਬਿਮਾਰ ਹਨ। ਰਮਨ ਮੈਨੂੰ ਨਾਲ ਲੈ ਕੇ ਤੁਰੰਤ ਮਿਲਣ ਚਲੇ ਗਏ। ਬਾਪੂ ਜੀ ਮੈਨੂੰ ਮਿਲ ਕੇ ਬਹੁਤ ਖੁਸ਼ ਹੋਏ, ਜਿਵੇਂ ਉਹਨਾਂ ਨੇ ਆਪਣਾ ਸਾਹਾਂ ਨੂੰ ਮੇਰੇ ਲਈ ਹੀ ਰੋਕ ਰੱਖਿਆ ਹੋਵੇ, ਅਤੇ ਫਿਰ ਮੈਨੂੰ ਰਮਨ ਦੇ ਹਵਾਲੇ ਕਰਕੇ ਇਸ ਦੁਨੀਆ ਤੋਂ ਚਲੇ ਗਏ। ਦੁਖੀ ਮਨ ਨਾਲ ਤੇ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਵਿਦਾ ਕੀਤਾ। ਹੁਣ ਮੇਰਾ ਸਭ ਕੁਝ ਰਮਨ ਤੇ ਉਸ ਦਾ ਪਰਿਵਾਰ ਹੀ ਸੀ। ਸਮਾਂ ਗੁਜ਼ਰਦਾ ਗਿਆ ਤੇ ਰਮਨ ਨੇ ਆਪਣੀ ਲਾਅ ਦੀ ਪੜ੍ਹਾਈ ਵੀ ਪੂਰੀ ਕਰ ਲਈ ਅਤੇ ਹੁਣ ਉਹ ਸਰਕਾਰੀ ਵਕੀਲ ਕਹਾਉਣ ਲੱਗੇ। ਪਰ ਰੱਬ ਦੇ ਹਾਲੇ ਮੈਨੂੰ ਔਲਾਦ ਦਾ ਸੁੱਖ ਨਹੀਂ ਦਿੱਤਾ। ਹਾਲੇ ਤਾਂ ਸੱਸ ਦੱਬੀ ਹੋਈ ਜ਼ਬਾਨ 'ਚ ਹੀ ਬੋਲਦੀ ਸੀ, ਪਰ ਹੌਲੀ ਹੌਲੀ ਉਹਨਾਂ ਨੇ ਆਪਣਾ ਸੁਭਾਅ ਰੁੱਖਾ ਤੇ ਕਰੜਾ ਕਰ ਲਿਆ। ਰਮਨ ਬਹੁਤ ਬਿਜੀ ਰਹਿੰਦੇ ਸਨ ਆਪਣੇ ਕੰਮ ਤੇ ਮੇਰੀ ਸੱਸ ਮੇਰੇ ਪਿੱਛੇ ਸਾਰਾ ਦਿਨ ਪਈ ਰਹਿੰਦੀ।
ਹੌਲੀ ਹੌਲੀ ਸਾਰੇ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਹਵੇਲੀ ਵਾਲਿਆਂ ਦੀ ਨੂੰਹ ਬਾਂਝ ਹੈ। ਤੀਰ ਵਾਂਗੂ ਚੁਭਦਾ ਸੀ ਇਹ ਸ਼ਬਦ, ਪਰ ਕੁਝ ਕਹਿ ਨਹੀਂ ਪਾਉਂਦੀ ਸੀ। ਬਸ ਹੰਝੂਆਂ ਨਾਲ ਦਿਲ ਕਰੜਾ ਕਰ ਲੈਂਦੀ। ਰਮਨ ਮੈਨੂੰ ਦਿਲਾਸਾ ਦਿੰਦੇ, ਪਰ ਲੋਕਾਂ ਦਾ ਇਹ ਵਰਤਾਅ ਅੰਦਰ ਅੰਦਰ ਮੈਨੂੰ ਖੋਖਲਾ ਕਰ ਰਿਹਾ ਸੀ। ਹੁਣੇ ਮੇਰੀ ਉਮਰ ਹੀ ਕਿੰਨੀ ਸੀ, ਸਿਰਫ 19 ਸਾਲ, ਤੇ ਲੋਕਾਂ ਨੇ ਮੈਨੂੰ ਬਾਂਝ ਬਣਾ ਦਿੱਤਾ। ਬਚਪਨ ਤੋਂ ਹੀ ਮੈਂ ਦੁਬਲੀ ਪਤਲੀ ਸੀ। ਮੈਂ ਫਿਰ ਮਾਂ ਦੇ ਜਾਣ ਤੋਂ ਬਾਅਦ ਠੀਕ ਤੋਂ ਮੇਰਾ ਪਾਲਣ ਪੋਸ਼ਣ ਵੀ ਤਾਂ ਨਹੀਂ ਹੋ ਪਾਇਆ ਸੀ। ਇੱਕ ਦਿਨ ਰਮਨ ਜਦੋਂ ਦੁਪਹਿਰ ਦੇ ਖਾਣੇ 'ਤੇ ਘਰ ਆਏ ਤਾਂ ਮੇਰੀ ਸੱਸ ਨੇ ਇਹ ਫਰਮਾਨ ਸੁਣਾ ਦਿੱਤਾ ਕਿ ਰਮਨ ਦੂਜਾ ਵਿਆਹ ਕਰੇਗਾ। ਹਾਏ ਰੱਬਾ, ਇੰਨਾ ਵੱਡਾ ਧੋਖਾ ਕਿਵੇਂ ਦੇ ਸਕਦੇ ਨੇ ਰਮਨ ਮੈਨੂੰ। ਨਹੀਂ, ਇਹ ਨਹੀਂ ਹੋ ਸਕਦਾ। ਲਾਈਟ ਬੰਦ ਕਰ ਦੇ, ਮੈਂ ਸੌਣਾ ਹੈ। ਰਮਨ, ਕੁਝ ਗੱਲ ਕਰਨੀ ਆ ਤੁਹਾਡੇ ਨਾਲ। ਮੈਂ ਥੱਕ ਗਿਆ ਹਾਂ, ਮੈਨੂੰ ਸੌਣ ਦੇ ਅੰਮ੍ਰਿਤਾ। ਰਮਨ, ਕੀ ਤੁਸੀਂ ਦੂਜਾ ਵਿਆਹ ਕਰੋਗੇ? ਅੰਮ੍ਰਿਤਾ, ਮੈਨੂੰ ਸੌਣ ਦੇ, ਮੈਂ ਥੱਕ ਗਿਆ ਹਾਂ ਤੁਹਾਡੇ ਸਭ ਦੀ ਇੱਕ ਇੱਕ ਸੌਂਦੇ। ਉੱਧਰ ਮਾਂ ਹੈ, ਇੱਧਰ ਤੂੰ। ਪਰੇਸ਼ਾਨ ਹੋ ਗਿਆ ਹਾਂ, ਦਿਲ ਕਰਦਾ ਹੈ ਆਪਣੀ ਜਾਨ ਦੇ ਦੇਵਾਂ। ਨਹੀਂ ਰਮਨ, ਇੱਦਾਂ ਨਾ ਬੋਲੋ। ਅੰਮ੍ਰਿਤਾ ਰਮਨ ਦੇ ਮੂੰਹ 'ਤੇ ਹੱਥ ਰੱਖਦੀ ਹੋਈ ਬੋਲੀ। ਤੁਹਾਡੇ ਬਿਨਾਂ ਹੋਰ ਕੌਣ ਆ ਮੇਰਾ? ਅੰਮ੍ਰਿਤਾ ਕਰਵਟ ਲੈ ਕੇ ਸਾਰੀ ਰਾਤ ਹੰਝੂ ਘੇਰਦੀ ਰਹੀ। ਸਵੇਰੇ ਜਦੋਂ ਉੱਠੀ ਤਾਂ ਟੁੱਟੀ ਹੋਈ ਔਰਤ ਬਣ ਕੇ ਮਜ਼ਬੂਤ ਹੋ ਕੇ ਹਰ ਚੀਜ਼ ਨਾਲ ਸਮਝੌਤਾ ਕਰ ਲੈਂਦੀ ਹੈ। ਸਾਰੀ ਰਾਤ ਇਹੀ ਸੋਚਦੀ ਰਹੀ ਕਿ ਸ਼ਾਇਦ ਰਮਨ ਨੇ ਵੀ ਮੌਨ ਸਵੀਕ੍ਰਿਤੀ ਦੇ ਦਿੱਤੀ ਆ ਦੂਜੇ ਵਿਆਹ ਲਈ। ਪਰ ਇਹਨੂੰ ਕੀ ਸੀ ਪਤਾ ਕਿ ਉਸ ਦੀ ਮਾਂ ਨੇ ਕਿਸ ਹੱਦ ਤੱਕ ਉਸ ਨੂੰ ਮਜਬੂਰ ਕੀਤਾ ਹੈ ਦੂਜੇ ਵਿਆਹ ਲਈ। 1 ਮਹੀਨੇ ਦੇ ਅੰਦਰ ਹੀ ਰਮਨ ਦਾ ਦੂਜਾ ਵਿਆਹ ਜਸਵੀਰ ਨਾਲ ਹੋ ਗਿਆ। ਜਸਵੀਰ ਰਮਨ ਦੀ ਮਾਂ ਦੀ ਦੂਰ ਦੀ ਰਿਸ਼ਤੇਦਾਰ ਦੀ ਕੁੜੀ ਸੀ। ਅੰਮ੍ਰਿਤਾ, ਅੱਜ ਤੋਂ ਆਪਣਾ ਸਮਾਨ ਉਸ ਪਿੱਛੇ ਆਲੇ ਕਮਰੇ 'ਚ ਰੱਖ ਲੈ। ਅੱਜ ਤੋਂ ਜਸਵੀਰ ਇਸ ਕਮਰੇ 'ਚ ਰਹੇਗੀ ਰਮਨ ਨਾਲ, ਸੱਸ ਨੇ ਹੱਥ ਦਿਖਾਉਂਦੇ ਹੋਏ ਕਿਹਾ। ਕਿਵੇਂ ਛੱਡ ਦਿਆਂ ਇਹ ਕਮਰਾ? ਨਹੀਂ, ਇਹ ਮੇਰਾ ਕਮਰਾ ਹੈ, ਮੈਂ ਨਹੀਂ ਜਾਂਦੀ। ਜਿਸ ਨੂੰ ਜਿੱਥੇ ਜਾਣਾ ਹੋਵੇ ਉੱਥੇ ਚਲਾ ਜਾਵੇ। ਫਿਰ ਖਿਆਲ ਆਇਆ ਕਿ ਜੋ ਵਿਆਹ ਕੇ ਇਸ ਘਰ ਵਿੱਚ ਲਿਆਇਆ ਸੀ, ਜਦ ਉਹ ਹੀ ਮੇਰਾ ਨਹੀਂ ਹੋਇਆ ਤਾਂ ਇਹ ਕਮਰਾ ਮੇਰਾ ਕਿਵੇਂ ਹੋ ਸਕਦਾ ਹੈ? ਇਹ ਸੋਚਦੇ ਹੋਏ ਅੱਖਾਂ ਤੋਂ ਹੰਝੂਆਂ ਦਾ ਹੜ੍ਹ ਆ ਗਿਆ। ਸੰਦੂਰ ਦੀ ਡੱਬੀ ਤੇ ਕੁਝ ਕੱਪੜੇ ਨਾਲ ਲੈ ਕੇ ਉਸ ਮਿੱਟੀ ਦੇ ਬਣੇ ਕੱਚੇ ਕੋਠੇ ਵੱਲ ਚੱਲ ਪਈ। ਸਮਾਨ ਇੱਕ ਨੁੱਕਰੇ ਰੱਖ ਕੇ ਬਾਰੀ ਕੋਲ ਬਹਿ ਗਈ ਤੇ ਉਸ ਅੰਬ ਦੇ ਬੂਟੇ ਨੂੰ ਨਿਹਾਰਨ ਲੱਗ ਪਈ। ਇਸ ਨੂੰ ਕਿਸਮਤ ਕਹਾਂ ਜਾਂ ਕੁਝ ਹੋਰ, ਕਿ ਅੱਜ ਮੇਰੀ ਹਾਲਤ ਵੀ ਇਸ ਬੂਟੇ ਵਾਂਗ ਹੋ ਗਈ ਹੈ। ਇਕੱਲਾ ਬੇਸਹਾਰਾ, ਜਿਵੇਂ ਅੱਜ ਤੱਕ ਇਹ ਆਪਣੇ ਵਜੂਦ ਨੂੰ ਬਚਾਉਣ ਦਾ ਸਫਲ ਰਿਹਾ ਹੈ, ਕਿ ਮੈਂ ਵੀ ਇਸੇ ਤਰ੍ਹਾਂ ਅੜਿੰਗ ਤੇ ਮਜ਼ਬੂਤ ਰਹਿ ਸਕਾਂਗੀ, ਜਾਂ ਫਿਰ ਕਿਸੇ ਕਮਜ਼ੋਰ ਬੋਲ ਦੀ ਤਰ੍ਹਾਂ ਮੁਰਝਾ ਜਾਵਾਂਗੀ, ਜਾਂ ਆਪਣਾ ਵਜੂਦ ਖੋ ਜਾਵਾਂਗੀ। ਨਹੀਂ, ਇੱਦਾਂ ਨਹੀਂ ਹੋਏਗਾ। ਮੈਂ ਮਜ਼ਬੂਤ ਰਵਾਂਗੀ। ਜਦੋਂ ਇਹ ਬੇਗੁਨਾਹ ਰੁੱਖ ਸਭ ਨਾਲ ਲੜ ਸਕਦਾ ਹੈ ਤਾਂ ਮੈਂ ਕਿਉਂ ਨਹੀਂ? ਆਪਣੇ ਵਿਚਾਰਾਂ ਤੋਂ ਬਾਹਰ ਆ ਕੇ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਹਰ ਹਾਲਤ ਨਾਲ ਲੜਨ ਲਈ ਤਿਆਰ ਕੀਤਾ। ਦਿਨ ਗੁਜ਼ਰਦੇ ਗਏ। ਮੈਂ ਆਪਣੇ ਆਪ ਨੂੰ ਘਰ ਦੇ ਕੰਮਾਂ ਵਿੱਚ ਬਿਜੀ ਕਰ ਲਿਆ। ਆਪਣੀ ਕੋਠੜੀ ਨੇੜੇ ਬਹੁਤ ਸਾਰੇ ਰੁੱਖ ਲਾ ਲਏ ਤੇ ਬਾਕੀ ਬਚੇ ਸਮੇਂ ਵਿੱਚ ਇਹਨਾਂ ਪੇੜ ਪੌਦਿਆਂ ਦੀ ਦੇਖਭਾਲ ਕਰਨ ਲੱਗ ਪਈ। ਨਾਲ ਹੀ ਉਸ ਅੰਬ ਦੇ ਬੂਟੇ ਦਾ ਖਾਸ ਦੇਖਭਾਲ ਕਰਦੀ ਸੀ। ਜਸਵੀਰ ਇੱਕ ਸਮਝਦਾਰ ਤੇ ਸਿਆਣੀ ਕੁੜੀ ਸੀ। ਉਹ ਜਦੋਂ ਵੀ ਮੇਰੇ ਨਾਲ ਗੱਲ ਕਰਨ ਆਉਂਦੀ, ਮੇਰੀ ਸੱਸ ਉਸ ਨੂੰ ਕਿਸੇ ਬਹਾਨੇ ਬੁਲਾ ਲੈਂਦੀ। ਰਮਨ ਪਹਿਲਾਂ ਨਾਲੋਂ ਜ਼ਿਆਦਾ ਬਿਜੀ ਰਹਿਣ ਲੱਗਾ ਸੀ। ਮੇਰੇ ਨਾਲ ਗੱਲਾਂ ਤਾਂ ਕਰਦੇ, ਪਰ ਇੱਕ ਪਛਤਾਵਾ ਹਮੇਸ਼ਾ ਉਸ ਦੀਆਂ ਅੱਖਾਂ 'ਚ ਦਿਖਾਈ ਦਿੰਦਾ। ਸ਼ਾਇਦ ਮੇਰੀ ਹਾਲਤ ਦੇਖ ਕੇ ਬੁਰਾ ਲੱਗਦਾ ਸੀ ਉਹਨਾਂ ਨੂੰ, ਪਰ ਆਪਣੀ ਮਾਂ ਦੇ ਖਿਲਾਫ ਜਾਣ ਦੀ ਹਿੰਮਤ ਨਹੀਂ ਜੁਟਾ ਪਾਉਂਦੇ ਸਨ। ਜਸਵੀਰ ਦੇ ਦਿਨ ਖੁਸ਼ੀ ਨਾਲ ਗੁਜ਼ਰ ਰਹੇ ਸਨ ਤੇ ਮੇਰੇ ਦਿਨ ਬਸ ਕੱਟ ਹੀ ਰਹੇ ਸਨ, ਅਤੇ ਦੇਖਦੇ ਦੇਖਦੇ ਉਹ ਦਿਨ ਵੀ ਆ ਗਿਆ ਜਦੋਂ ਜਸਵੀਰ ਨੇ ਖੁਸ਼ਖਬਰੀ ਸੁਣਾ ਦਿੱਤੀ ਕਿ ਉਹ ਮਾਂ ਬਣਨ ਵਾਲੀ ਹੈ। ਪੂਰੀ ਹਵੇਲੀ 'ਚ ਤਿਉਹਾਰ ਵਰਗਾ ਮਾਹੌਲ ਹੋ ਗਿਆ। ਸਾਰੇ ਨੌਕਰਾਂ 'ਚ ਤੋਹਫੇ ਵੰਡੇ ਜਾਣ ਲੱਗੇ। ਮੈਂ ਵੀ ਵਾਲੀ ਖੁਸ਼ ਸੀ ਕਿ ਚਲੋ ਚੰਗਾ ਹੋਇਆ, ਹੁਣ ਘਰ ਵਿੱਚ ਇੱਕ ਨਵਾਂ ਮਹਿਮਾਨ ਆਏਗਾ ਤੇ ਸ਼ਾਇਦ ਮੇਰੀ ਜ਼ਿੰਦਗੀ ਦਾ ਇਕੱਲਾਪਨ ਘੱਟ ਹੋ ਜਾਏਗਾ। ਜਸਵੀਰ ਬਹੁਤ ਕਮਜ਼ੋਰ ਸੀ ਤੇ ਉਮਰ ਵੀ 16। ਉਸ ਨੂੰ ਬਹੁਤ ਤਕਲੀਫ ਹੁੰਦੀ।
ਹੁਣ ਸੱਸ ਦਾ ਆਦੇਸ਼ ਸੀ ਕਿ ਉਸ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਜਾਵੇ, ਜਿਸ ਨਾਲ ਉਸ ਦੀ ਕਮਜ਼ੋਰੀ ਦੂਰ ਹੋ ਸਕੇ। ਸਾਰੀ ਦੇਖਭਾਲ ਤੇ ਸੇਵਾ ਤੋਂ ਬਾਅਦ ਵੀ ਜਸਬੀਰ ਦਾ ਭਾਰ ਕੁਝ ਖਾਸ ਨਹੀਂ ਵੱਧ ਰਿਹਾ ਸੀ। ਇੱਕ ਦਿਨ ਮੈਂ ਚਿੰਤਾ ਨਾਲ ਰਮਨ ਨੂੰ ਕਿਹਾ ਕਿ ਜਸਬੀਰ ਨੂੰ ਸ਼ਹਿਰ 'ਚ ਕਿਸੇ ਵਧੀਆ ਡਾਕਟਰ ਨੂੰ ਦਿਖਾ ਲਿਆਓ, ਪਰ ਸੱਸ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਸਾਡੇ ਵੀ ਬੱਚੇ ਘਰ ਤੋਂ ਹੀ ਹੋਏ ਨੇ ਅਤੇ ਰਮਨ ਹੀ ਉਹੀ ਪੁਰਾਣੀ ਆਦਤ ਹੈ ਕਿ ਉਹ ਆਪਣੀ ਮਾਂ ਦੇ ਖਿਲਾਫ ਤਾਂ ਉਹ ਜਾ ਹੀ ਨਹੀਂ ਸਕਦੇ ਸਨ। ਇੱਕ ਦਿਨ ਜਸਬੀਰ ਦੀ ਤਬੀਅਤ ਕੁਝ ਜ਼ਿਆਦਾ ਖਰਾਬ ਹੋਣ ਲੱਗੀ। ਉਸ ਦੀਆਂ ਸਾਹਾਂ ਫੁੱਲ ਰਹੀਆਂ ਸਨ। ਘਬਰਾ ਕੇ ਮੈਂ ਪਿੰਡ ਦੇ ਇੱਕ ਵੈਦ ਨੂੰ ਬੁਲਾਵਾ ਭੇਜਿਆ। ਵੈਦ ਜੀ ਨੇ ਆ ਕੇ ਕੁਝ ਦਵਾਈਆਂ ਦਿੱਤੀਆਂ ਤੇ ਖੂਨ ਦੀ ਘਾਟ ਦੱਸੀ ਅਤੇ ਮੈਂ ਰਮਨ ਨੂੰ ਜਦੋਂ ਇਹ ਸਭ ਦੱਸਿਆ ਤਾਂ ਸੱਸ ਨੇ ਮੈਨੂੰ ਜਸਬੀਰ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ, ਇਹ ਕਹਿ ਕੇ ਕਿ ਬਾਂਝ ਦੀ ਪਰਛਾਈ ਵੀ ਨਹੀਂ ਪੈਣ ਦੇਣੀ ਜਸਬੀਰ 'ਤੇ। ਖੈਰ, ਮੈਨੂੰ ਜਸਬੀਰ ਤੋਂ ਦੂਰ ਕਰ ਦਿੱਤਾ ਗਿਆ ਤੇ ਫਿਰ ਮੈਂ ਆਪਣੀ ਉਸੇ ਕੋਠੜੀ ਵਿੱਚ ਇਕੱਲੀ ਹੀ ਸਾਰਾ ਦਿਨ ਬੰਦ ਰਹਿਣ ਲੱਗੀ। ਜਾਂ ਇਹ ਵੀ ਕਹਿ ਲਵਾਂ ਕਿ ਮੈਂ ਆਪ ਖੁਦ ਹੀ ਡਰ ਗਈ ਸੀ ਕਿ ਕਿਤੇ ਸੱਚਮੁੱਚ ਹੀ ਮੇਰੀ ਵਜ੍ਹਾ ਨਾਲ ਜਸਬੀਰ ਨੂੰ ਕੁਝ ਨਾ ਹੋ ਜਾਵੇ। ਕੁਝ ਦਿਨਾਂ ਬਾਅਦ ਰਾਤ ਨੂੰ ਸ਼ੋਰ ਸ਼ਰਾਬਾ ਸੁਣ ਕੇ ਮੈਂ ਵਿਹੜੇ ਵੱਲ ਭੱਜੀ ਤੇ ਪਤਾ ਲੱਗਾ ਕਿ ਬੱਚੇ ਦੇ ਜਨਮ ਦਾ ਸਮਾਂ ਆ ਗਿਆ ਸੀ। ਪਿੰਡ ਦੀਆਂ ਸਿਆਣੀਆਂ ਔਰਤਾਂ ਤੇ ਦਾਈਆਂ ਨੂੰ ਸੱਦਿਆ ਗਿਆ। ਪੂਰੀ ਹਵੇਲੀ ਵਿੱਚ ਹਲਚਲ ਦਾ ਮਾਹੌਲ ਸੀ। ਮੈਂ ਰਮਨ ਵੱਲ ਤੱਕਿਆ, ਉਹ ਬਹੁਤ ਹੀ ਡਰੇ ਹੋਏ ਲੱਗ ਰਹੇ ਸਨ। ਮੈਂ ਉਹਨਾਂ ਕੋਲ ਗਈ ਤੇ ਧੀਰਜ ਰੱਖਣ ਨੂੰ ਕਿਹਾ। ਥੋੜ੍ਹੀ ਦੇਰ 'ਚ ਬੱਚੇ ਦੀ ਕਿਲਕਾਰੀ ਗੂੰਜਣ ਲੱਗੀ। ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਸੀ, ਪਰ ਉਦੋਂ ਹੀ ਦਾਈ ਨੇ ਬਾਹਰ ਆ ਕੇ ਦੱਸਿਆ ਕਿ ਜਸਬੀਰ ਨੂੰ ਕਮਜ਼ੋਰੀ ਤੇ ਖੂਨ ਦੀ ਘਾਟ ਕਾਰਨ ਅਸੀਂ ਜਸਬੀਰ ਨੂੰ ਨਹੀਂ ਬਚਾ ਸਕੇ। ਕੁੜੀ ਨੂੰ ਜਨਮ ਦਿੰਦੇ ਹੀ ਜਸਬੀਰ ਦੀ ਮੌਤ ਹੋ ਗਈ। ਹਾਏ, ਪੋਤੇ ਦਾ ਮੂੰਹ ਨਹੀਂ ਦੇਖ ਪਾਈ ਮੈਂ। ਹੁਣ ਕਿਵੇਂ ਮੇਰਾ ਕੰਮ ਅੱਗੇ ਚੱਲੇਗਾ? ਸੱਸ ਦਾ ਵੈਨ ਪੂਰੀ ਹਵੇਲੀ ਵਿੱਚ ਗੂੰਜ ਰਿਹਾ ਸੀ। ਉਸ ਛੋਟੀ ਦੁੱਧ ਮੂੰਹੀ ਬੱਚੀ ਨੂੰ ਵੇਖ ਕੇ ਕਲੇਜਾ ਮੂੰਹ ਨੂੰ ਆ ਰਿਹਾ ਸੀ। ਇੱਦਾਂ ਲੱਗਦਾ ਸੀ ਕਿ ਉਹ ਮੈਂ ਹੀ ਹਾਂ। ਮੈਂ ਉਸਨੂੰ ਕਲੇਜੇ ਨਾਲ ਲਾ ਲਿਆ। ਜਿਨ੍ਹਾਂ ਦੀ ਮਾਂ ਨਹੀਂ ਹੁੰਦੀ, ਉਹ ਬੱਚੇ ਕੁਝ ਜ਼ਿਆਦਾ ਹੀ ਸਮਝਦਾਰ ਹੁੰਦੇ ਹਨ। ਸ਼ਾਇਦ ਜਰਾ ਕੁ ਵੀ ਪਰੇਸ਼ਾਨ ਨਹੀਂ ਕਰਦੀ ਸੀ। ਉਹ ਮੈਨੂੰ ਬਸ ਦੁੱਧ ਪੀਂਦੇ ਹੀ ਸੌਂ ਜਾਂਦੀ ਸੀ। ਸੱਸ ਦਾ ਉਹੀ ਵਹਿਣ ਚੱਲਦਾ ਰਹਿੰਦਾ ਸੀ ਕਿ ਕੁੜੀਆਂ ਨਾਲ ਵੱਸ ਨਹੀਂ ਚੱਲਦਾ, ਪਰ ਸ਼ਾਇਦ ਹੁਣ ਕਿਸੇ ਨੂੰ ਫਰਕ ਨਹੀਂ ਪੈਂਦਾ ਸੀ। ਰਮਨ ਹੁਣ ਪਹਿਲਾਂ ਨਾਲੋਂ ਖੁਸ਼ ਰਹਿਣ ਲੱਗੇ। ਆਫਿਸ ਤੋਂ ਆਉਂਦੇ ਹੀ ਮੇਰੇ ਕਮਰੇ 'ਚ ਆਉਂਦੇ ਤੇ ਆਪਣੀ ਗੁੱਡੀ ਨੂੰ ਖਿਡਾਉਂਦੇ। ਮੈਨੂੰ ਵੀ ਰਮਨ ਨੂੰ ਖੁਸ਼ ਵੇਖ ਕੇ ਚੰਗਾ ਲੱਗਦਾ। ਸਾਲ ਬੀਤ ਗਿਆ ਸੀ ਜਸਬੀਰ ਨੂੰ ਗਏ ਹੋਏ ਤੇ ਗੁੱਡੀ ਨੂੰ ਆਏ ਹੋਏ। ਅੱਜ ਜਸਬੀਰ ਦੀ ਬਰਸੀ ਹੈ। ਹਵੇਲੀ 'ਚ ਛੋਟੀ ਜਿਹੀ ਪੂਜਾ ਰਖਵਾਈ ਹੈ। ਮੈਂ ਪੰਡਤ ਜੀ ਦੇ ਆਉਂਦੇ ਹੀ ਸੱਸ ਨੇ ਪੁੱਛਿਆ ਕਿ ਮੈਂ ਜਿਉਂਦੇ ਜੀ ਆਪਣੇ ਪੋਤੇ ਦਾ ਮੂੰਹ ਵੇਖ ਸਕਾਂਗੀ ਤਾਂ ਪੰਡਤ ਜੀ ਇਸ ਲਈ ਕੁਝ ਘਰ 'ਚ ਸ਼ਾਂਤੀ ਦੇ ਉਪਾਅ ਦੱਸੋ। ਸੱਸ ਚੱਲ ਪਈ ਪੰਡਤ ਜੀ ਨੂੰ ਘਰ ਵਿਖਾਉਣ ਵਾਲੀ ਸਾਰੀ ਹਵੇਲੀ ਦੀ ਸ਼ੁੱਧੀ ਕਰਵਾਉਣ। ਮੇਰੀ ਕੋਠੀ ਕੋਲ ਵੀ ਗਈ ਤੇ ਪੰਡਤ ਜੀ ਨੂੰ ਉਸ ਬਾਂਝ ਪੇੜ ਵੀ ਵਹਾਇਆ। ਪੇੜ ਦੇਖਦੇ ਹੀ ਪੰਡਤ ਜੀ ਦਾ ਮੂੰਹ ਬਣ ਆਇਆ ਤੇ ਪੰਡਤ ਜੀ ਨੇ ਕਹਿ ਦਿੱਤਾ ਕਿ ਇਸੇ ਮਨਹੂਸ ਪੇੜ ਦੀ ਵਜ੍ਹਾ ਨਾਲ ਤੁਹਾਡੇ ਘਰੇ ਬੇਟਾ ਨਹੀਂ ਹੈ। ਜਿੰਨਾ ਜਲਦੀ ਹੋ ਸਕੇ ਇਸ ਨੂੰ ਕਟਵਾ ਦਿਓ। ਹੁਣ ਮੇਰੇ ਬਰਦਾਸ਼ਤ ਦੀ ਹੱਦ ਪਾਰ ਹੋ ਚੁੱਕੀ ਸੀ। ਮੈਂ ਰਮਨ ਵੱਲ ਤੱਕਿਆ, ਪਰ ਮੈਨੂੰ ਨਹੀਂ ਲੱਗਾ ਕਿ ਉਹ ਮਨਾ ਕਰਨਗੇ ਤੇ ਸੱਸ ਨੇ ਤੁਰੰਤ ਨੌਕਰਾਂ ਨੂੰ ਸੱਦ ਲਿਆ ਕਿ ਹੁਣੇ ਹੀ ਇਸ ਰੁੱਖ ਨੂੰ ਕੱਟ ਦਿਓ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ, ਕਿਵੇਂ ਆਪਣੇ ਦੁੱਖ ਸੁੱਖ ਦੇ ਸਾਥੀ ਨੂੰ ਬਚਾਵਾਂ। ਤੇ ਜਿੱਦਾਂ ਹੀ ਉਹ ਕੁਲਾੜੀ ਲੈ ਕੇ ਉਸ ਰੁੱਖ ਨੂੰ ਕੱਟਣ ਲਈ ਅੱਗੇ ਵਧੇ, ਮੈਂ ਤੇਜ਼ੀ ਨਾਲ ਦੌੜ ਕੇ ਉਸ ਰੁੱਖ ਨੂੰ ਗਲਵੱਕੜੀ ਪਾ ਲਈ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਕਿ ਇਸ ਰੁੱਖ ਨੂੰ ਛੱਡ ਦਿਓ, ਨਾ ਕੱਟੋ। ਪਰ ਉਹ ਲੋਕ ਮੇਰੀ ਬੇਨਤੀ ਨਹੀਂ ਸੁਣ ਰਹੇ ਸਨ। ਮੈਂ ਰੋਂਦੀ ਕੁਲਾਉਂਦੀ ਰਹੀ, ਪਰ ਕਿਸੇ ਨੂੰ ਕੋਈ ਤਰਸ ਨਹੀਂ ਆ ਰਿਹਾ ਸੀ। ਉਵੇਂ ਹੀ ਕਿਸੇ ਨੇ ਮੈਨੂੰ ਪਿੱਛੋਂ ਖਿੱਚ ਕੇ ਧੱਕਾ ਮਾਰਿਆ ਤੇ ਮੇਰਾ ਸਿਰ ਪੱਥਰ ਨਾਲ ਟਕਰਾ ਗਿਆ। ਸਿਰ ਤੋਂ ਖੂਨ ਦੀ ਧਾਰ ਨਿਕਲ ਰਹੀ ਸੀ। ਇਹ ਦੇਖ ਕੇ ਰਮਨ ਤੋਂ ਰਿਹਾ ਨਹੀਂ ਗਿਆ ਅਤੇ ਉਹਨਾਂ ਨੇ ਉੱਥੋਂ ਸਭ ਨੂੰ ਪਰੇ ਹਟਾ ਦਿੱਤਾ ਤੇ ਤੁਰੰਤ ਹੀ ਮੈਨੂੰ ਹਸਪਤਾਲ ਲੈ ਗਏ। ਮਰਮ ਪੱਟੀ ਕਰਨ ਤੋਂ ਬਾਅਦ ਮੈਨੂੰ ਹੋਸ਼ ਆਇਆ। ਡਾਕਟਰ ਸਾਹਿਬਾਂ ਸਾਹਮਣੇ ਖੜੀ ਸੀ ਤੇ ਰਮਨ ਨੂੰ ਕੁਝ ਸਮਝਾ ਰਹੀ ਸੀ। ਮੇਰੀ ਸੱਸ ਵੀ ਉੱਥੇ ਹੀ ਸੀ। ਉਹਨਾਂ ਦੇ ਚਿਹਰੇ 'ਤੇ ਸਾਫ਼ ਨਜ਼ਰ ਆ ਰਿਹਾ ਸੀ ਕਿ ਉਸ ਨੂੰ ਆਪਣੇ ਕੀਤੇ 'ਤੇ ਅਫਸੋਸ ਹੋ ਰਿਹਾ ਸੀ। ਡਾਕਟਰ ਸਾਹਿਬਾਂ, ਕੀ ਹੁਣ ਅਸੀਂ ਇਸ ਨੂੰ ਘਰ ਲੈ ਜਾ ਸਕਦੇ ਹਾਂ? ਰਮਨ ਨੇ ਪੁੱਛਿਆ। ਹਾਂ, ਤੁਸੀਂ ਇਸ ਨੂੰ ਲੈ ਜਾ ਸਕਦੇ ਹੋ, ਪਰ ਧਿਆਨ ਰੱਖਣਾ ਕਿ ਹੁਣ ਦੁਬਾਰਾ ਇੱਦਾਂ ਨਾ ਹੋਵੇ, ਕਿਉਂਕਿ ਅਜਿਹੀ ਹਾਲਤ ਵਿੱਚ ਡਿੱਗਣਾ ਠੀਕ ਨਹੀਂ ਹੁੰਦਾ।
ਇਹੋ ਜਿਹੀ ਹਾਲਤ। ਡਾਕਟਰ ਸਾਹਿਬ ਕੀ ਹੋਇਆ ਇਸ ਨੂੰ? ਰਮਨ ਨੇ ਘਬਰਾਉਂਦੇ ਹੋਏ ਪੁੱਛਿਆ। ਹਾਏ ਰੱਬਾ, ਕੀ ਤੁਹਾਨੂੰ ਨਹੀਂ ਪਤਾ? ਹੁਣ ਇਹ ਮਾਂ ਬਣਨ ਵਾਲੀ ਹੈ। ਹੁਣ ਇਸ ਦਾ ਚੰਗੀ ਤਰ੍ਹਾਂ ਨਾਲ ਖਿਆਲ ਰੱਖਣਾ। ਇਹ ਸੁਣ ਕੇ ਕਿਸੇ ਨੂੰ ਯਕੀਨ ਨਹੀਂ ਹੋਇਆ। ਸਾਰੇ ਇੱਕ ਦੂਜੇ ਵੱਲ ਤੱਕ ਰਹੇ ਸਨ ਤੇ ਮੈਂ ਤਾਂ ਬਿਲਕੁਲ ਵੀ ਯਕੀਨ ਨਹੀਂ ਕਰ ਪਾ ਰਹੀ ਸੀ। ਸੱਸ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸਨ। ਮੇਰੇ ਸਿਰ 'ਤੇ ਹੱਥ ਰੱਖ ਕੇ ਬਸ ਇੰਨਾ ਹੀ ਕਹਿ ਸਕੀ ਕਿ ਬੇਟਾ ਮੈਨੂੰ ਮਾफ़ ਕਰ ਦੇ। ਮੈਂ ਖੁਸ਼ੀ ਨਾਲ ਡਰ ਕੇ ਸੱਸ ਦੇ ਗਲ ਲੱਗ ਗਈ, ਜਿਵੇਂ ਮੈਂ ਆਪਣੀ ਮਾਂ ਦੇ ਗਲ ਹੀ ਲੱਗੀ ਹਾਂ। ਪੂਰੇ 9 ਮਹੀਨੇ ਮੇਰੀ ਸੱਸ ਨੇ ਮੇਰਾ ਬਹੁਤ ਖਿਆਲ ਰੱਖਿਆ ਤੇ ਮੈਂ ਉਸ ਰੁੱਖ ਦਾ। ਅੱਜ ਮੇਰੀ ਡਿਲੀਵਰੀ ਹੋਈ ਸੀ। ਮੇਰੀ ਸੱਸ ਮਾਂ ਮੈਨੂੰ ਸਮੇਂ 'ਤੇ ਹੀ ਹਸਪਤਾਲ ਲੈ ਗਈ ਤਾਂ ਕਿ ਜੋ ਗਲਤੀ ਉਹਨਾਂ ਨੇ ਜਸਵੀਰ ਵੇਲੇ ਕੀਤੀ ਸੀ ਉਹ ਹੁਣ ਨਾ ਹੋਵੇ। ਵਧਾਈਆਂ ਹੋਣ, ਤੁਹਾਡੇ ਪੋਤਾ ਹੋਇਆ ਹੈ। ਨਰਸ ਨੇ ਮੇਰੀ ਸੱਸ ਮਾਂ ਨੂੰ ਖੁਸ਼ਖਬਰੀ ਸੁਣਾਈ ਤੇ ਮੇਰੀ ਸੱਸ ਨੇ ਆਪਣੇ ਹੱਥ 'ਚੋਂ ਮੁੰਦਰੀ ਕੱਢ ਕੇ ਨਰਸ ਨੂੰ ਤੋਹਫੇ ਦੇ ਰੂਪ ਵਿੱਚ ਦੇ ਦਿੱਤੀ। ਉਹ ਖੁਸ਼ ਸੀ ਕਿ ਇਸ ਕਰਕੇ ਨਹੀਂ ਸੀ ਕਿ ਪੋਤਾ ਹੋਇਆ ਸੀ, ਬਲਕਿ ਇਸ ਕਰਕੇ ਕਿ ਮੈਂ ਬਿਲਕੁਲ ਠੀਕ ਸੀ। ਹਵੇਲੀ 'ਚ ਪੂਰੀ ਧੂਮ-ਧਾਮ ਸੀ। ਸਾਰੇ ਖੁਸ਼ ਸਨ ਕਿ ਸਾਡਾ ਪਰਿਵਾਰ ਪੂਰਾ ਹੋ ਗਿਆ ਸੀ ਬੇਟੀ ਤੇ ਬੇਟੇ ਦੇ ਆਉਣ ਨਾਲ। ਅਤੇ ਇੱਕ ਖੁਸ਼ੀ ਹੋਰ ਵੀ ਪਨਪ ਰਹੀ ਸੀ। ਉਹ ਪਨਪ ਰਹੀ ਸੀ ਕਿ ਉਸ ਅੰਬ ਦੇ ਰੁੱਖ 'ਚੋਂ ਫਲ ਵੀ ਲੱਗਣ ਲੱਗੇ ਸਨ। ਸ਼ਾਇਦ ਅਸੀਂ ਬਹੁਤ ਹੀ ਜਲਦ ਚਿੰਤਾ ਕਰਨ ਲੱਗ ਜਾਂਦੇ ਹਾਂ ਫਲ ਲੱਗਣ ਦੀ, ਪਰ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ। ਕੁਪੋਸ਼ਿਤ ਸਰੀਰ ਹੋਵੇ ਜਾਂ ਰੁੱਖ, ਦੋਵੇਂ ਹੀ ਫਲ ਨਹੀਂ ਦਿੰਦੇ। ਤਾਂ ਦੋਸਤੋ, ਅੱਜ ਦੀ ਕਹਾਣੀ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਕਹਾਣੀ ਨਾਲ ਸੰਬੰਧਿਤ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਦਿਓ। ਅਤੇ ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈਲ ਆਈਕਨ ਦਾ ਬਟਨ ਦਬਾ ਕੇ ਆਲ 'ਤੇ ਕਰ ਲਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।